ਸੁਪਰੀਮ ਕੋਰਟ ਨੇ ਐਸਜੀਪੀਸੀ ਚੋਣਾਂ ਵਿੱਚ ਸਹਿਜਧਾਰੀਆਂ ਦੇ ਵੋਟਿੰਗ ਹੱਕ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਪਾਰਲੀਮੈਂਟ ਤੋਂ ਗੁਰਦੁਆਰਾ ਐਕਟ ਵਿੱਚ ਸੋਧ ਬਿੱਲ ਨੂੰ ਆਧਾਰ ਬਣਾਉਂਦੇ ਹੋਏ ਕੀਤਾ ਹੈ। दो 2011 ਵਿੱਚ ਐਸਜੀਪੀਸੀ ਵੱਲੋਂ ਚੁਣੀ ਗਈ ਨਵੀਂ ਕਮੇਟੀ ਤੋਂ ਸੁਪਰੀਮ ਕੋਰਟ ਵੱਲੋਂ ਲਾਈ ਗਈ ਰੋਕ ਹੁਣ ਹਟ ਗਈ ਹੈ। ਐਸਜੀਪੀਸੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਹਿਜਧਾਰੀਆਂ ਨੂੰ ਵੋਟਿੰਗ ਅਧਿਕਾਰ ਮਿਲਣ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਜੋ ਪਟੀਸ਼ਨ ਪਾਈ ਸੀ ਉਸ ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸਹਿਜਧਾਰੀਆਂ ਦੇ ਐਸਜੀਪੀਸੀ ਚੋਣਾਂ ਵਿੱਚ ਵੋਟਿੰਗ ਦੇ ਅਧਿਕਾਰ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਪਾਰਲੀਮੈਂਟ ਵੱਲੋਂ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਸੁਣਾਇਆ ਹੈ। ਪਾਰਲੀਮੈਂਟ ਨੇ ਸਹਿਜਧਾਰੀਆਂ ਦੇ ਵੋਟਿੰਗ ਅਧਿਕਾਰ ਖਤਮ ਕਰਨ ਵਾਲੇ ਬਿੱਲ ਨੂੰ ਪਾਸ ਕੀਤਾ ਸੀ। ਉਧਰ ਹੁਣ ਇਹ ਵੀ ਸਾਫ਼ ਹੋ ਗਿਆ ਕਿ 2011 ਵਿੱਚ ਚੁਣੀ ਹੋਈ कमेटी ही काम करती रहेगी कि जो पार्लियामेंट में पिछले दिनी अमेंडमेंट हुई थी सहजधारी सिखों के वोट अधिकार को खत्म करने की, उसके चलते हुए जो इलेक्शंस हुई थी एसजीपीसी की पिछली 2011 की, वो इलेक्शन सेट असाइड की गई थी सुप्रीम कोर्ट से, आज वो बहाल कर दी गई हैं और सहजधारी सिखों का जो वोटिंग राइट पार्लियामेंट ने खत्म किया था वो आज खत्म माना जाता है। ਉਹਦੇ ਬਾਅਦ ਜਿਹੜੇ ਸਕੀਮ ਆਫ ਐਕਟ ਦੇ ਹਿਸਾਬ ਦੇ ਨਾਲ ਜੋ ਵੀ ਅੱਗੇ ਕਨਸੀਕੁਐਂਸ਼ੀਅਲ ਸਟੈਪ ਹੈਗੇ ਉਹ ਲਿੱਤੇ ਜਾਣਗੇ। ਉਹਦੇ ਸੈਂਟਰਲ ਗਵਰਨਮੈਂਟ ਨੇ 1 ਮਹੀਨੇ ਦੇ ਅੰਦਰ ਅੰਦਰ ਨੋਟੀਫਾਈ ਕਰਨਾ ਹੈ, ਮੀਟਿੰਗ ਕਾਲ ਕਰਨੀ ਹੈ ਤੇ ਮੀਟਿੰਗ ਕਾਲ ਕਰਕੇ ਜਿਹੜੇ ਐਗਜ਼ੀਕਿਊਟਿਵ ਕਮੇਟੀ ਉਹਦਾ ਇਲੈਕਸ਼ਨ ਹੋਣਾ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸਹਿਜਧਾਰੀ ਫੈਡਰੇਸ਼ਨ ਨੇ ਦੋਸ਼ ਦਿੱਤਾ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਸਿੱਖ ਭਾਈਚਾਰਾ ਦੋ ਹਿੱਸੇ 'ਚ ਵੰਡਿਆ ਗਿਆ ਹੈ। लाख के करीब जो सिख हैं जो रहत मर्यादा नहीं रखते, जो दाढ़ी केस काटते हैं या चाहे सिख परिवारों में पैदा हुए हैं, जिन्हें मर्दमशुमारी सेंसस रिपोर्ट सिख मानती है, उन्हें एसजीपीसी और जो श्रोमणी अकाली दल है उनकी तरफ से सिख नहीं माना जा रहा है। एक बहुत बड़ा विवाद जो है ये पंजाब में खड़ा हो गया है। 5 साल बाद सुप्रीम कोर्ट ਵੱਲੋਂ ਸਹਿਜਧਾਰੀਆਂ ਦੇ ਵੋਟਿੰਗ ਹੱਕ ਖਤਮ ਕਰਨ ਦਾ ਫੈਸਲਾ ਅਕਾਲੀ ਦਲ ਲਈ ਰਾਹਤ ਦੀ ਖਬਰ ਹੈ। ਹੁਣ 2011 ਵਿੱਚ ਚੁਣੇ ਗਏ ਐਸਜੀਪੀਸੀ ਦੇ ਮੈਂਬਰਾਂ ਨੂੰ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ ਮਾਨਤਾ ਮਿਲ ਜਾਵੇਗੀ। ਪੰਕਜ ਪਾਹੀ, ਜ਼ੀ ਮੀਡੀਆ, ਦਿੱਲੀ। ਸਹਿਜਧਾਰੀ ਦੇ ਮੁੱਦੇ ਤੇ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਤੇ ਮਿਲੀ ਜੁਲੀ ਰਾਏ ਸਾਹਮਣੇ ਆ ਰਹੀ ਹੈ ਤੇ ਐਸਜੀਪੀਸੀ ਤੇ ਅਕਾਲੀ ਦਲ ਨੇ ਇਸ ਦਾ ਸਵਾਗਤ ਕੀਤਾ ਤਾਂ ਕਾਂਗਰਸ ਨੇ ਇਸ ਤੇ ਨਿਰਾਸ਼ਾ ਜ਼ਾਹਿਰ ਕੀਤੀ। 5 ਸਾਲ ਤੋਂ ਅਦਾਲਤ ਦੀਆਂ ਬਰੂਹਾਂ ਤੇ ਲਟਕੇ ਸਹਿਜਧਾਰੀ ਦੀਆਂ ਵੋਟਾਂ ਦੇ ਅਧਿਕਾਰ ਤੇ ਸੁਪਰੀਮ ਕੋਰਟ ਨੇ ਜਦੋਂ ਫੈਸਲਾ ਸੁਣਾਇਆ ਤਾਂ ਅਕਾਲੀ ਦਲ ਅਤੇ ਐਸਜੀਪੀਸੀ ਨੇ ਇਸ ਦਾ ਸਵਾਗਤ ਕੀਤਾ। ਅਕਾਲੀ ਦਲ ਮੁਤਾਬਕ ਸਹਿਜਧਾਰੀਆਂ ਨੂੰ ਵੋਟਿੰਗ ਦਾ ਅਧਿਕਾਰ ਗਲਤ ਤਰੀਕੇ ਨਾਲ ਦਿੱਤਾ ਗਿਆ ਸੀ, ਜਿਸ ਦਾ ਉਹ ਸ਼ੁਰੂ ਤੋਂ ਹੀ ਵਿਰੋਧ ਕਰਦੇ ਸਨ। ਉਧਰ ਐਸਜੀਪੀਸੀ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਜੋ ਫੈਸਲੇ ਲੈਣ ਵਿੱਚ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸਨ ਉਹ ਹੁਣ ਆਸਾਨੀ ਨਾਲ ਲਏ ਜਾਣਗੇ। ਸਹਿਜਧਾਰੀ ਸਿੱਖਾਂ ਦਾ ਜਿਹੜਾ ਫੈਸਲਾ ਸੀ ਉਹ ਬਰਕਰਾਰ ਰੱਖਿਆ जो भारत सरकार ने पास किया। सहिधारी लोगों के वोट के लिए संघर्ष किया जा रहा था, आज उसका फैसला सुप्रीम कोर्ट ऑफ इंडिया ने जो 2011 का हाउस इलेक्ट हुआ था उसको बहाल करते हुए उस प्रबंध को सुचारू ढंग से चलाने में अपना जो फैसला दिया है, मैं उसका ਹਾਰਦਿਕ ਸਵਾਗਤ ਕਰਤਾ ਹਾਂ। ਉਧਰ ਸ਼ੁਰੂ ਤੋਂ ਸਹਿਜਧਾਰੀਆਂ ਦੇ ਹੱਕ ਵਿੱਚ ਖੜੀ ਕਾਂਗਰਸ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਦੇ ਲਈ ਪਾਰਲੀਮੈਂਟ ਵਿੱਚ ਗੁਰਦੁਆਰਾ ਐਕਟ ਵਿੱਚ ਸੋਧ ਕੀਤਾ ਗਿਆ ਸੀ, ਜਿਸ ਦਾ ਨਤੀਜਾ ਹੋਇਆ ਕਿ ਸੁਪਰੀਮ ਕੋਰਟ ਨੇ ਸਹਿਜਧਾਰੀਆਂ ਦੇ ਵੋਟਿੰਗ ਅਧਿਕਾਰ ਦੇ ਖਿਲਾਫ ਫੈਸਲਾ ਸੁਣਾਇਆ ਹੈ। अगर कोई लोग किसी और कौम से आके सिख बन जाते हैं वो सिख बन जाते हैं, they have every right. If tomorrow some Sikh has cut his hair and cut his beard, that doesn't make him a non-Sikh. Anyone born to a Sikh parent or anyone who comes from any other community and becomes a Sikh, he's a Sikh, and every Sikh has the right to vote for his gurdwaras. And this doesn't suit the Akali Dal for the very reason because they know that they are in a minority. 2011 ਦੀਆਂ ਐਸਜੀਪੀਸੀ ਦੀਆਂ ਚੋਣਾਂ ਤੋਂ ਬਾਅਦ ਜਦੋਂ ਸਹਿਜਧਾਰੀ ਫੈਡਰੇਸ਼ਨ ਵੱਲੋਂ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਤਾਂ ਯੂਪੀਐਸ ਸਰਕਾਰ ਨੇ ਅਦਾਲਤ ਵਿੱਚ ਸਹਿਜਧਾਰੀ ਫੈਡਰੇਸ਼ਨ ਦੇ ਹੱਕ ਵਿੱਚ ਐਫੀਡੇਵਿਟ ਦਿੱਤਾ ਸੀ, ਜਿਸ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਸਹਿਜਧਾਰੀਆਂ ਦੇ ਹੱਕ ਵਿੱਚ ਸੁਣਾਇਆ ਸੀ। ਪਰ ਐਸਜੀਪੀਸੀ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਤੋਂ ਬਾਅਦ ਇਸ ਤੇ ਰੋਕ ਲਗਾ ਦਿੱਤੀ ਗਈ ਸੀ। ਪਾਰਲੀਮੈਂਟ ਵਿੱਚ ਗੁਰਦੁਆਰਾ ਐਕਟ ਵਿੱਚ ਐਨਡੀਏ ਵੱਲੋਂ ਸੋਧ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸਹਿਜਧਾਰੀਆਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਹੋਵੇਗਾ। ਚੰਡੀਗੜ੍ਹ ਤੋਂ ਨੀਤਿਕਾ ਮਹੇਸ਼ਵਰੀ ਤੇ ਜਗਤਾਰ ਭੁੱਲਰ ਦੇ ਨਾਲ ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ।
ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਕਸ਼ਮੀਰ ਨੂੰ ਅਸਥਿਰ ਕਰਨ ਦੇ ਲਈ ਮੁਲਕ ਦੇ ਬਾਹਰੋਂ ਦੀ ਪੈਸਾ ਭੇਜਿਆ ਜਾ ਰਿਹਾ ਹੈ ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਉਮੀਦ ਹੈ ਕਿ ਰੋਜ਼ਗਾਰ ਮਿਲਣ ਦੇ ਨਾਲ ਕਸ਼ਮੀਰ ਦਾ ਯੁਵਾ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਦੇਵੇਗਾ। ਕਸ਼ਮੀਰ ਦੇ ਹਾਲਾਤ ਖਰਾਬ ਕਰਨ ਦੇ ਦੁਸ਼ਮਣ ਦੇ ਮਨਸੂਬੇ ਦਮ ਤੋੜਨ ਲੱਗੇ ਨੇ। ਕੇਂਦਰ ਅਤੇ ਸੂਬਾ ਸਰਕਾਰ ਹਾਲਾਤ ਸੁਧਾਰਨ ਦੇ ਵਿੱਚ ਲੱਗੀ ਹੈ। ਹਿਮਾਚਲ ਦੇ ਮੁੱਖ ਮੰਤਰੀ ਦੇ ਮੁਤਾਬਕ ਕਸ਼ਮੀਰ ਦੇ ਹਾਲਾਤ ਖਰਾਬ ਕਰਨ ਦੇ ਲਈ ਬਾਹਰ ਤੋਂ ਪੈਸਾ ਭੇਜਿਆ ਗਿਆ। ਸੁਰੱਖਿਆ ਏਜੰਸੀਆਂ ਇਸ ਤੋਂ ਵਾਕਿਫ ਸਨ, ਪਰ ਕੁਝ ਵਜ੍ਹਾ ਕਰਕੇ ਏਜੰਸੀਆਂ ਨੇ ਇਸ ਦਾ ਖੁਲਾਸਾ नहीं किया। बाहर से हिमाचल देश के बाहर से पैसा जो है जम्मू कश्मीर में आया है, वहाँ पर उपद्रव मचाने के लिए, लॉ एंड ऑर्डर सिचुएशन पैदा करने के लिए, इसमें कोई दो राय नहीं है। और आज इसकी स्वीकृति जो है वो हमारी एजेंसीज ने की है। शायद इसकी मालूमात उनको पहले से थी, मगर सिक्योरिटी कारण से इससे पहले उन्होंने ना बोला हो। ਉੱਥੇ ਹਿਮਾਚਲ ਦੇ ਸਾਬਕਾ ਸੀਐਮ ਪ੍ਰੇਮ ਕੁਮਾਰ ਧੂਮਲ ਮੰਨਦੇ ਨੇ ਕਿ ਕਸ਼ਮੀਰ ਵਿੱਚ ਕੇਂਦਰ ਸਰਕਾਰ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ, ਜੋ ਦੇਸ਼ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆ ਰਿਹਾ। ਹਾਲਾਂਕਿ ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਕਸ਼ਮੀਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਦਿਸ਼ਾ ਦੇ ਵਿੱਚ ਅੱਗੇ ਵਧ ਰਹੀ ਹੈ, ਜਿਸ ਤੋਂ ਬਾਅਦ ਕਸ਼ਮੀਰੀ ਨੌਜਵਾਨਾਂ ਦੇ ਹੱਥ ਪੱਥਰ ਨਹੀਂ ਨੌਕਰੀ ਹੋਵੇਗੀ। सरकार को आगे बढ़ना चाहिए। जो अटल जी ने कहा था कश्मीरियत, जमहूरियत, इंसानियत, और अब इस सरकार ने एक और ऐड किया उसमें हिमायत। लगभग 1.5 लाख नौजवानों को रोज़गार देने का। अगर रोज़गार मिलेगा नौजवानों को तो वो आतंकवादियों के 500 रुपये लेकर पत्थर मारने की बजाय देश सेवा में लग सकते हैं। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਸੂਬੇ ਵਿੱਚ ਖੁਸ਼ਹਾਲੀ ਪਰਤੇਗੀ ਅਤੇ ਦੇਸ਼ ਵਿਰੋਧੀ ਤਾਕਤਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦਾ ਮੌਕਾ ਨਹੀਂ ਮਿਲੇਗਾ। ਵਿਸ਼ਾਲ ਦਿਵੇਦੀ, ਜ਼ੀ ਮੀਡੀਆ, ਸ਼ਿਮਲਾ। ਪੰਜਾਬ ਦੇ ਨਾਲ ਐਸਵਾਈਐਲ ਦੇ ਵਿਵਾਦ ਨੂੰ ਲੈ ਕੇ ਆਈਐਨਐਲਡੀ ਨੇ ਹਰਿਆਣਾ ਕਾਂਗਰਸ ਤੇ ਬੀਜੇਪੀ ਤੇ ਦੋਗਲੀ ਨੀਤੀ ਅਪਣਾਉਣ ਦਾ ਇਲਜ਼ਾਮ ਲਾਇਆ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੌਟਾਲਾ ਪਰਿਵਾਰ ਦੇ ਰਿਸ਼ਤੇ ਜਗ ਜ਼ਾਹਿਰ ਨੇ। ਹਾਲਾਂਕਿ ਅਭੈ ਚੌਟਾਲਾ ਦਾ ਦਾਅਵਾ ਕਿ ਐਸਵਾਈਐਲ ਨੂੰ ਲੈ ਕੇ ਉਹ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਨੇ। ਐਸਵਾਈਐਲ ਦੀ ਜ਼ਮੀਨ ਨੂੰ ਡੀ-ਨੋਟੀਫਾਈ ਕਰਨ ਦੀ ਪੰਜਾਬ ਸਰਕਾਰ ਦੇ ਕਦਮ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲੋਂ ਇਨੈਲੋ ਨੇ ਸਿਆਸੀ ਰਿਸ਼ਤੇ ਤੋੜਨ ਦਾ ਐਲਾਨ ਕੀਤਾ ਸੀ। ਅਭੈ ਚੌਟਾਲਾ ਦਾ ਦਾਅਵਾ ਹੈ ਕਿ ਉਹ ਅੱਜ ਵੀ ਉਸੇ ਸਟੈਂਡ ਤੇ ਕਾਇਮ ਨਹੀਂ। ਹਾਲਾਂਕਿ ਉਹਨਾਂ ਨੇ ਇਸ ਮੁੱਦੇ ਤੇ ਹਰਿਆਣਾ ਸਰਕਾਰ ਨੂੰ ਖੁੱਲ੍ਹ ਕੇ ਘੇਰਿਆ। ਅਭੈ ਚੌਟਾਲਾ ਨੇ ਕਿਹਾ ਕਿ ਬੀਜੇਪੀ ਹਰਿਆਣਾ 'ਚ ਤਾਂ ਵਿਰੋਧ ਕਰਦੀ ਹੈ ਅਤੇ ਪੰਜਾਬ 'ਚ ਸਰਕਾਰ ਦੀ ਸਹਿਯੋਗੀ ਬਣੀ ਹੋਈ ਹੈ। कि हमारा जो हिस्से का पानी आना था, जो सरकार आज वो तो ये कहती है कि हमारे हिस्से का पानी हमें जो मिलना चाहिए था एसवाईएल का, आज कहीं ना कहीं पंजाब ने ऐसा फैसला ले लिया जिसकी वजह से हमारे प्रदेश का नुकसान हुआ। यहाँ विरोध करते हैं और ये लोग पंजाब में उनकी मदद कर रहे हैं। ਅਭੈ ਦੀ ਮੰਨੀਏ ਤਾਂ ਕਾਂਗਰਸ ਦੀ ਸਥਿਤੀ ਬੀਜੇਪੀ ਤੋਂ ਵੀ ਬਦਤਰ ਹੈ ਅਤੇ ਦੋਹਰੀ ਨੀਤੀ ਅਪਣਾ ਕੇ ਹਰਿਆਣਾ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। कांग्रेस की हालत उससे भी ज़्यादा माड़ी है। कांग्रेस वाले यहाँ तो आप लोगों के सामने तो विरोध की बात करते हैं, अरे पंजाब के नेताओं के साथ बैठ करके रोज़ रोटी खाते हैं, रोज़ इकट्ठा रहते हैं, तब इनको हरियाणा प्रदेश की कोई फिक्र नहीं है। ये लोग जो है इस तरह की दोगलिती राजनीति करने वाले प्रदेश के हितैषी नहीं, ये प्रदेश के गद्दार हैं। ਬਾਦਲ ਚੌਟਾਲਾ ਪਰਿਵਾਰ ਦੇ ਰਿਸ਼ਤੇ ਕਿਸੇ ਤੋਂ ਛੁਪੇ ਨਹੀਂ। ਹਾਲਾਂਕਿ ਅਭੈ ਚੌਟਾਲਾ ਸਿਆਸੀ ਕਨੈਕਸ਼ਨ ਤੋਂ ਇਨਕਾਰ ਕਰ ਰਹੇ ਨੇ। ਚੰਡੀਗੜ੍ਹ ਤੋਂ ਲਲਿਤ ਸ਼ਰਮਾ, ਜ਼ੀ ਮੀਡੀਆ। ਰਾਮਪਾਲ ਦੀ ਸੇਵਾ ਸਮਿਤੀ ਜਿਹੜੀ ਹੈ ਆਸ਼ਰਮ ਦੀ, ਉਸ ਤੇ ਸਮਾਜ ਵਿੱਚ ਅਰਾਜਕਤਾ ਫੈਲਾਉਣ ਦੀ ਸਾਜ਼ਿਸ਼ ਦੇ ਇਲਜ਼ਾਮ ਲੱਗੇ ਨੇ। ਸਮਿਤੀ ਤੇ ਲੱਗੇ ਗੰਭੀਰ ਇਲਜ਼ਾਮਾਂ ਨੇ ਰਾਮਪਾਲ ਨੂੰ ਫਿਰ ਤੋਂ ਸੁਰਖੀਆਂ ਵਿੱਚ ਲਿਆ ਦਿੱਤਾ ਹੈ ਤੇ ਮਾਮਲੇ ਦੀ ਹੁਣ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਰਾਮਪਾਲ ਦੇ ਆਸ਼ਰਮ ਦੀ ਕੌਮੀ ਸਮਾਜ ਸੇਵਾ ਸਮਿਤੀ ਉੱਤੇ ਉਸਦੇ ਹੀ ਸਮਰਥਕਾਂ ਨੇ ਗੰਭੀਰ ਇਲਜ਼ਾਮ ਲਗਾਏ ਨੇ।
ਉਹਨਾਂ ਦਾ ਦਾਅਵਾ ਹੈ ਕਿ ਸਮਿਤੀ ਰਾਮਪਾਲ ਦੇ ਸਮਰਥਕਾਂ ਨੂੰ ਖੁਦਕੁਸ਼ੀ ਦੇ ਲਈ ਉਕਸਾ ਰਹੀ ਹੈ। ਸੰਗਤ ਨੂੰ ਗੁੰਮਰਾਹ ਕਰਦੇ ਹੋਏ ਰਾਮਪਾਲ ਦੀ ਜ਼ਮਾਨਤ ਦੇ ਰਾਹ ਦੇ ਵਿੱਚ ਰੋੜਾ ਬਣੀ ਹੋਈ ਹੈ। ਇਸ ਬਾਰੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ, ਜਿਸ ਉੱਤੇ ਅਦਾਲਤ ਨੇ ਹਰਿਆਣਾ ਸਰਕਾਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। और अभी वही समिति सारे केसेस को कंट्रोल कर रही है और हमारे सदगुरुदेव जी की जमानत नहीं होने दे रही है। तो संगत को ऐसे मिसलीड करा जा रहा है, फिर उसे उकसाया जा रहा है कि आप राष्ट्रपति पे इच्छा मृत्यु के फॉर्म भरो और हम इकट्ठे होंगे, हमें हमारे इस देश में हमारे साथ न्याय नहीं हो रहा है। तो हमने ये पिटीशन फाइल की है हाई कोर्ट में कि डीजीपी को हिदायत दी जाए, जिनको हमने प्रेजेंट किया है, कि ये वहाँ पे इनको रोकें, इनकी गतिविधियां रोकें और ये अनारकी होने से बचाएं। ਪਟੀਸ਼ਨ ਦਾਇਰ ਕਰਨ ਵਾਲੇ ਸਮਰਥਕਾਂ ਦਾ ਦਾਅਵਾ ਹੈ ਕਿ ਸਮਿਤੀ ਬਕਾਇਦਾ ਫਾਰਮ ਭਰਵਾ ਕੇ ਦਸਤਖਤ ਕਰਵਾ ਰਹੀ ਹੈ। ਰਾਸ਼ਟਰਪਤੀ ਤੋਂ ਖੁਦਕੁਸ਼ੀ ਕਰਨ ਦੀ ਇਜਾਜ਼ਤ ਦੇ ਲਈ ਵੀ ਇੱਕ ਪੱਤਰ ਲਿਖਿਆ ਗਿਆ ਹੈ, ਜਿਸ ਨਾਲ ਸਮਾਜ ਵਿੱਚ ਮਾਹੌਲ ਖਰਾਬ ਹੋ ਸਕਦਾ ਹੈ। ਚੰਡੀਗੜ੍ਹ ਤੋਂ ਨਿਹਾ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ। ਚਿਕਨਗੁਨੀਆ ਨੇ ਹਰਿਆਣਾ ਦੀਆਂ ਮੁਸ਼ਕਿਲਾਂ ਵੀ ਵਧਾ ਦਿੱਤੀਆਂ ਨੇ। ਇਸ ਨੂੰ ਲੈ ਕੇ ਹੈਲਥ ਮਿਨਿਸਟਰ ਅਨਿਲ ਵਿਜ ਨੇ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ। ਚਿਕਨਗੁਨੀਆ ਤੇ ਡੇਂਗੂ ਨੂੰ ਲੈ ਕੇ ਹਾਈ ਤੌਬਾ ਦਿੱਲੀ ਦੇ ਵਿੱਚ ਮਚੀ ਅਤੇ ਅਸਰ ਹਰਿਆਣਾ ਤੇ ਵੀ ਹੋਇਆ। ਦਰਅਸਲ ਦਿੱਲੀ 'ਚ ਚਿਕਨਗੁਨੀਆ ਦੀ ਵਜ੍ਹਾ ਨਾਲ 10 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਜਿਸ ਤੋਂ ਬਾਅਦ ਹਰਿਆਣਾ ਦੇ ਸਿਹਤ ਮੰਤਰੀ ਰਿਸਕ ਨਹੀਂ ਲੈਣਾ ਚਾਹੁੰਦੇ। ਉਹਨਾਂ ਦੀ ਦਲੀਲ ਹੈ ਕਿ ਸੂਬੇ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਦਿੱਲੀ ਆਉਂਦੇ ਜਾਂਦੇ ਨੇ। ਅਜੇ ਵਿੱਚ ਹਾਲਾਤ ਗੰਭੀਰ ਨਾ ਹੋਣ, ਉਸ ਤੋਂ ਪਹਿਲਾਂ ਇਹਤਿਆਤਨ ਕਦਮ ਚੁੱਕ ਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ। दिल्ली रोज हरियाणा के हजारों लोग आते जाते हैं, इसका हरियाणा में भी बढ़ने का भय हो सकता है, तो हम सभी कर्मचारियों की छुट्टियां रद्द करने जा रहे हैं। ਸੂਬੇ ਦੇ ਸਿਹਤ ਮੰਤਰੀ ਦੀ ਮਨਸ਼ਾ ਸਹੀ ਹੈ, ਪਰ ਉਹਨਾਂ ਦੇ ਇਸ ਕਦਮ ਦੀ ਡਾਕਟਰ ਮੁਸ਼ਕਿਲਾਂ ਵਧਾ ਸਕਦੇ ਨੇ। ਦਰਅਸਲ ਮੰਗਾਂ ਪੂਰੀਆਂ ਨਹੀਂ ਹੋਣ ਦੀ ਸੂਰਤ ਵਿੱਚ ਡਾਕਟਰ ਇਕੱਠੇ ਛੁੱਟੀ ਤੇ ਜਾਣ ਦੀ ਚੇਤਾਵਨੀ ਦੇ ਚੁੱਕੇ ਨੇ। ਹਾਲਾਂਕਿ ਵਿੱਚ ਦਾ ਦਾਅਵਾ ਹੈ ਕਿ ਡਾਕਟਰਜ਼ ਦੀ ਮੰਗਾਂ ਉੱਤੇ ਗੌਰ ਕੀਤਾ ਜਾ ਰਿਹਾ ਹੈ। जहाँ तक बात है हड़ताल की, और जो मांगों की मेल आई है वो डिपार्टमेंट को स्टडी करने के लिए दी है, वो मांगे पहली बार हमारे सामने आई। ਸਿਹਤ ਮੰਤਰੀ ਦੇ ਤਾਜ਼ਾ ਕਦਮ ਨਾਲ ਉਮੀਦ ਹੈ ਕਿ ਚਿਕਨਗੁਨੀਆ ਨੂੰ ਲੈ ਕੇ ਹਾਲਾਤ ਬੇਕਾਬੂ ਨਹੀਂ ਹੋਣਗੇ। ਅਮਨ ਕਪੂਰ, ਜ਼ੀ ਮੀਡੀਆ, ਅੰਬਾਲਾ। ਤੇ ਹੁਣ ਤੁਹਾਡੇ ਲਈ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਮੌਸਮ ਦੀ ਜਾਣਕਾਰੀ। पंजाब लाइव विच फिलहाल इन्ना ही। धन्यवाद।